ਰਿਦ ਕਰ ਪਰਗਾਸ, ਰਿਦ ਕਰ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਅਸੀਂ ਸਰਵਣ ਕਰਾਂਗੇ 4 ਪ੍ਰਕਾਰ ਦੇ ਦਰਸ਼ਨ। ਵਿਦਵਾਨ ਪੁਰਸ਼ਾਂ ਨੇ 4 ਪ੍ਰਕਾਰ ਦੇ ਦਰਸ਼ਨ ਮੰਨੇ ਹਨ। ਗੁਰਮਤਿ ਨੇ ਵੀ 4 ਪ੍ਰਕਾਰ ਦੇ ਦਰਸ਼ਨ ਮੰਨੇ ਹਨ। ਗੁਰਬਾਣੀ ਨੇ ਵੀ 4 ਪ੍ਰਕਾਰ ਦੇ ਦਰਸ਼ਨ ਮੰਨੇ ਹਨ। ਦਰਸ਼ਨ 4 ਤਰ੍ਹਾਂ ਦੇ ਹੁੰਦੇ ਆ: ਸੁਪਨ ਦਰਸ਼ਨ, ਸਰਵਣ ਦਰਸ਼ਨ, ਚਿੱਤਰ ਦਰਸ਼ਨ, ਪ੍ਰਤੱਖ ਦਰਸ਼ਨ। ਸੁਪਨ ਦਰਸ਼ਨ ਮਤਲਬ ਸੁਪਨੇ ਦੇ ਵਿੱਚ ਆਪਣੇ ਗੁਰੂ ਦੇ ਦਰਸ਼ਨ ਕਰਨੇ। ਸਰਵਣ ਦਰਸ਼ਨ ਮਤਲਬ ਸਤਿਗੁਰੂ ਜੀ ਦਾ ਜਸ ਸਰਵਣ ਕਰਕੇ ਆਪਣੇ ਹਿਰਦੇ ਦੇ ਵਿੱਚ ਉਹਨਾਂ ਦੀ ਵਿਚਾਰ ਕਰਨੀ, ਉਹਨਾਂ ਦੀ ਸ਼ਕਲ ਸੂਰਤ ਬਣਾਉਣੀ। ਚਿੱਤਰ ਦਰਸ਼ਨ ਮਤਲਬ ਗੁਰੂ ਸਾਹਿਬ ਦੀ, ਆਪਣੇ ਗੁਰੂ ਇਸ਼ਟ ਦੇਵ ਦੇ ਚਿੱਤਰ ਨੂੰ, ਫੋਟੋ ਨੂੰ, ਤਸਵੀਰ ਨੂੰ ਦੇਖਣਾ, ਦਰਸ਼ਨ ਕਰਨੇ। ਪ੍ਰਤੱਖ ਦਰਸ਼ਨ ਇਹ ਚੌਥੀ ਅਵਸਥਾ ਵਾਲਾ ਹਿਸਾਬ ਆ ਵੀ ਜਿਵੇਂ 4 ਚੌਥੀ ਅਵਸਥਾ 'ਚ ਪਹੁੰਚ ਜਾਂਦੇ ਆ ਜਦੋਂ ਗੁਰਮੁਖ ਜਨ ਨਾਮ ਜਪਣ ਵਾਲੇ। ਪ੍ਰਤੱਖ ਦਰਸ਼ਨ ਦਾ ਮਤਲਬ ਹੁੰਦਾ ਵੀ ਸਤਿਗੁਰੂ ਜੀ ਨੇ ਪ੍ਰਤੱਖ ਹੋ ਕੇ, ਸਾਹਮਣੇ ਹੋ ਕੇ ਦਰਸ਼ਨ ਦੇਣੇ। ਇਸ ਤਰ੍ਹਾਂ 4 ਪ੍ਰਕਾਰ ਦੇ ਦਰਸ਼ਨ ਹੁੰਦੇ ਹਨ। ਸੋ ਹੁਣ ਆਪਾਂ 4 ਪ੍ਰਕਾਰ ਦੇ ਦਰਸ਼ਨਾਂ ਦੀ ਵਿਚਾਰ ਕਰਦੇ ਹਾਂ। ਪਹਿਲਾ ਹੈਗਾ ਸੁਪਨ ਦਰਸ਼ਨ, ਜਿਹਨੂੰ ਹਿੰਦੀ 'ਚ ਸਵਪਨ ਕਹਿੰਦੇ ਆ। ਪਹਿਲਾ ਹੈ ਸੁਪਨ ਦਰਸ਼ਨ, ਮਤਲਬ ਆਪਣੇ ਪਿਆਰੇ ਗੁਰੂ ਨੂੰ ਸੁਪਨੇ ਦੇ ਵਿੱਚ ਦੇਖਣਾ। ਸਤਿਗੁਰੂ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਬਚਨ ਹੈ: ਸੁਣ ਸਖੀਏ ਮੇਰੀ ਨੀਂਦ ਭਲੀ, ਮੈਂ ਆਪਨੜਾ ਪ੍ਰਭ ਮਿਲਿਆ। ਸੁਣ ਸਖੀਏ ਮੇਰੀ ਨੀਂਦ ਭਲੀ, ਮੈਂ ਆਪਨੜਾ ਪ੍ਰਭ ਮਿਲਿਆ। ਇਸ ਦਾ ਅਰਥ ਹੈ ਕਿ ਹੇ ਮੇਰੀਓ ਸਖੀਓ, ਮੇਰੀਓ ਸਹੇਲੀਓ, ਮੇਰੇ ਮਿੱਤਰੋ, ਸੁਣੋ, ਮੇਰੀ ਤਾਂ ਨੀਂਦ ਵੀ ਭਲੀ ਹੈ ਅਤੇ ਸਫਲੀ ਹੈ, ਜਿਸ ਵਿੱਚ ਮੈਂ ਸੁਪਨੇ ਦੇ ਰਾਹੀਂ ਆਪਣੇ ਪਿਆਰੇ ਪ੍ਰੀਤਮ ਸਤਿਗੁਰੂ ਜੀ ਨੂੰ ਮਿਲ ਲੈਂਦਾ ਹਾਂ। ਸੋ ਦੂਜੀ ਪੰਗਤੀ ਹੈ ਗੁਰਬਾਣੀ ਦੀ: ਜਾਗਣ ਤੇ ਸੁਪਨਾ ਭਲਾ, ਬਸੀਐ ਪ੍ਰਭ ਸੰਗ। ਜਾਗਣ ਤੇ ਸੁਪਨਾ ਭਲਾ, ਬਸੀਐ ਪ੍ਰਭ ਸੰਗ। ਇਸ ਦਾ ਅਰਥ ਹੈ ਕਿ ਜਾਗਣ ਨਾਲੋਂ ਤਾਂ ਸੁਪਨਾ ਹੀ ਚੰਗਾ, ਜਿਸ ਸੁਪਨੇ ਵਿੱਚ ਮੈਂ ਆਪਣੇ ਪਿਆਰੇ ਪ੍ਰਭੂ ਦੇ ਨਾਲ ਰਹਿੰਦਾ ਹਾਂ ਅਤੇ ਮੇਰਾ ਪਿਆਰਾ ਵੀ ਮੇਰੇ ਨਾਲ ਹੁੰਦਾ ਹੈ। ਸੋ ਇਸ ਤਰ੍ਹਾਂ ਇਸ ਨੂੰ ਸੁਪਨ ਦਰਸ਼ਨ ਕਹਿੰਦੇ। ਸੁਪਨੇ ਦੇ ਵਿੱਚ ਆਪਣੇ ਪਿਆਰੇ ਪ੍ਰਭੂ ਪਰਮਾਤਮਾ ਸਤਿਗੁਰੂ ਜੀ ਦੇ ਦਰਸ਼ਨ ਕਰਨੇ, ਨੀਂਦ ਦੇ ਵਿੱਚ ਸਤਿਗੁਰੂ ਦੇ ਦਰਸ਼ਨ ਕਰਨੇ। ਦੂਜਾ ਦਰਸ਼ਨ ਹੈ ਸਰਵਣ ਦਰਸ਼ਨ। ਸਰਵਣ ਦਰਸ਼ਨ ਦਾ ਮਤਲਬ ਕਿ ਆਪਣੇ ਪਿਆਰੇ ਗੁਰੂ ਦੇ ਗੁਣਾਂ ਨੂੰ ਸੁਣ ਕੇ ਜਾਂ ਇਤਿਹਾਸ ਦੀ ਕਥਾ ਸੁਣਦਿਆਂ ਹੋਇਆਂ ਗੁਰੂ ਦੇ ਦਰਸ਼ਨ ਕਰਨੇ, ਸਰਵਣ ਦਰਸ਼ਨ। ਜਿਵੇਂ ਅਸੀਂ ਕਥਾ ਵਿੱਚ ਸੁਣਦੇ ਹਾਂ ਕਿ ਗੁਰੂ ਜੀ ਘੋੜੇ ਉੱਤੇ ਚੜ੍ਹੇ ਜਾ ਰਹੇ ਹਨ, ਤਾਂ ਇੱਕ ਸਿੱਖ ਰਸਤੇ ਵਿੱਚ ਖੜਾ ਉਹਨਾਂ ਦਾ ਇੰਤਜ਼ਾਰ ਕਰ ਰਿਹਾ ਸੀ। ਗੁਰੂ ਜੀ ਘੋੜੇ ਉੱਤੇ ਚੜ੍ਹੇ ਜਾ ਰਹੇ ਸਨ ਤਾਂ ਇੱਕ ਸਿੱਖ ਰਸਤੇ ਦੇ ਵਿੱਚ ਉਹਨਾਂ ਦਾ ਇੰਤਜ਼ਾਰ ਕਰ ਰਿਹਾ ਸੀ। ਹੁਣ ਇਸ ਸੁਣੀ ਹੋਈ ਗੱਲ ਨੂੰ ਆਪਣੀ ਸੁਰਤ ਦੇ ਵਿੱਚ ਇੱਕ ਸੀਨ ਜਾਂ ਇੱਕ ਫਿਲਮ ਬਣਾ ਕੇ ਦੇਖੋ ਕਿ ਗੁਰੂ ਜੀ ਸੱਚਮੁੱਚ ਹੀ ਤੁਹਾਡੀ ਸੁਰਤ ਵਿੱਚ ਤੁਰੇ ਜਾ ਰਹੇ ਹਨ। ਬਸ ਇਸੇ ਨੂੰ ਹੀ ਸਰਵਣ ਦਰਸ਼ਨ ਕਹਿੰਦੇ ਆ। ਇਤਿਹਾਸ ਦੀ ਕਥਾ ਸੁਣਦਿਆਂ ਹੋਇਆਂ ਕਥਾਵਾਚਕ ਕਥਾ ਕਰਦਾ, ਸਾਖੀ ਸੁਣਾ ਰਿਹਾ, ਅਸੀਂ ਉਵੇਂ ਆਪਣੀ ਸੁਰਤ ਦੇ ਨਾਲ ਉਹ ਪਿਕਚਰ ਬਣਾਈ ਜਾਂਦੇ ਆ ਆਪਣੀ ਸੁਰਤ ਦੇ ਵਿੱਚ। ਸੋ ਉਸ ਨੂੰ ਕਹਿੰਦੇ ਹੈਗੇ ਆ ਸਰਵਣ ਦਰਸ਼ਨ। ਸੁਣ ਕੇ ਗੁਰੂ ਜੀ ਦੀ ਪਿਕਚਰ, ਗੁਰੂ ਜੀ ਦਾ ਸਰੂਪ ਆਪਣੇ ਹਿਰਦੇ ਵਿੱਚ ਬਣਾਉਣਾ ਅਤੇ ਫਿਰ ਉਸ ਨੂੰ ਸਾਖੀ ਦੇ ਨਾਲ ਤੋਰਨਾ, ਹੈ ਨਾ। ਇਹਨੂੰ ਸਰਵਣ ਦਰਸ਼ਨ ਕਹਿੰਦੇ ਆ। ਇਸੇ ਤਰ੍ਹਾਂ ਆਪਣੇ ਹਿਰਦੇ ਵਿੱਚ ਧਿਆਨ ਰੱਖ ਕੇ ਗੁਰੂ ਜੀ ਨੂੰ ਦੇਖਣਾ। ਸੋ ਗੁਰਬਾਣੀ ਦਾ ਫਰਮਾਨ ਹੈ: ਸੁਣਿਐ ਲਾਗੈ ਸਹਿਜ ਧਿਆਨ। ਸਰਵਣ ਦਰਸ਼ਨ ਮਤਲਬ ਸੁਣਿਐ ਲਾਗੈ ਸਹਿਜ ਧਿਆਨ, ਜਿਸ ਦਾ ਅਰਥ ਹੈ ਕਿ ਆਪਣੇ ਪ੍ਰਭੂ ਦੇ ਗੁਣ ਸੁਣਨ ਨਾਲ
ਜਸ ਸੁਣਨ ਦੇ ਨਾਲ ਬੜੀ ਆਸਾਨੀ ਨਾਲ ਗੁਰੂ ਜੀ ਦੇ ਦਰਸ਼ਨਾਂ ਵਿੱਚ ਧਿਆਨ ਜੁੜ ਜਾਂਦਾ। ਸੁਣਿਆ ਲਾਗੈ ਸਹਿਜ ਧਿਆਨ। ਪ੍ਰਭੂ ਦਾ ਨਾਮ ਸੁਣਨ ਕਰਕੇ, ਆਪਣੇ ਗੁਰੂ ਦਾ ਨਾਮ ਸੁਣਨ ਕਰਕੇ ਬੜੀ ਸਹਿਜਤਾ ਦੇ ਨਾਲ, ਬੜੀ ਆਸਾਨੀ ਦੇ ਨਾਲ ਆਪਣੇ ਗੁਰੂ ਇਸ਼ਟ ਦੇਵ ਦੇ ਦਰਸ਼ਨਾਂ ਵਿੱਚ ਮਨੁੱਖ ਦਾ ਧਿਆਨ ਜੁੜ ਜਾਂਦਾ ਹੈ। ਅਗਲੀ ਪੰਗਤੀ, ਸੁਣ ਸੁਣ ਜੀਵਾ ਸੋਏ ਤੁਮਾਰੀ, ਤੂੰ ਪ੍ਰੀਤਮ ਠਾਕਰ ਅਤ ਭਾਰੀ। ਇਹ ਵੀ ਸਤਿਗੁਰੂ ਜੀ ਗੁਰਬਾਣੀ ਦਾ ਬਚਨ ਹੈ। ਸਰਵਣ ਦਰਸ਼ਨ, ਮਤਲਬ ਸਰਵਣ ਦਰਸ਼ਨ ਕਿਸ ਨੂੰ ਕਹਿੰਦੇ? ਸੁਣ ਕੇ ਗੁਰੂ ਦੇ ਦਰਸ਼ਨ ਕਰਨੇ ਆਪਣੇ ਹਿਰਦੇ ਵਿੱਚ। ਸੁਣ ਸੁਣ ਜੀਵਾਂ ਸੋਏ ਤੁਮਾਰੀ, ਸਦਾ ਅਰਥ ਹੈ ਕਿ ਮੈਂ ਤੇਰੀਆਂ ਕਨਸੋਆਂ ਤੇ ਵਡਿਆਈਆਂ ਸੁਣ ਕੇ ਜਿੰਦਾ ਰਹਿੰਦਾ ਹਾਂ। ਤੂੰ ਵੱਡਾ ਮਿਹਰਬਾਨ ਠਾਕਰ ਹੈ ਅਤੇ ਤਰਸ ਕਰਕੇ ਦਰਸ਼ਨ ਦੇ ਦਿੰਦਾ। ਸੁਣ ਕੇ, ਹੈ ਨਾ, ਅਸੀਂ ਸੁਣ ਕੇ ਆਪਣੇ ਹਿਰਦੇ ਵਿੱਚ ਉਸ ਦਾ ਜਸ ਕਰਦੇ ਹਾਂ, ਜਿੰਦਾ ਰਹਿੰਦੇ ਹਾਂ ਤੇ ਸਾਡੇ ਤੇ ਰਹਿਮ ਕਰਕੇ ਆਪਣੇ ਦਰਸ਼ਨ ਦਿੰਦਾ। ਸਰਵਣ ਦਰਸ਼ਨ। ਤੀਜਾ ਹੈਗਾ ਚਿੱਤਰ ਦਰਸ਼ਨ। ਚਿੱਤਰ ਦਾ ਮਤਲਬ ਹੁੰਦਾ ਤਸਵੀਰ, ਫੋਟੋ। ਪਿਆਰੇ ਪ੍ਰੀਤਮ ਸਤਿਗੁਰੂ ਜੀ ਦੀ ਮੂਰਤ ਦਾ ਦੀਦਾਰ ਕਰਨਾ, ਉਹਨਾਂ ਦੀ ਫੋਟੋ ਦਾ, ਚਿੱਤਰ ਦਾ ਦਰਸ਼ਨ ਕਰਨਾ। ਸਤਿਗੁਰਾਂ ਜੀ ਦੀ ਪਾਵਨ ਬਾਣੀ ਦਾ ਬਚਨ ਹੈ, ਗੁਰ ਕੀ ਮੂਰਤ ਮਨ ਮਹਿ ਧਿਆਨ, ਗੁਰ ਕੈ ਸ਼ਬਦ ਮੰਤਰ ਮਨ ਮਾਨ। ਅਰਥਾਤ ਮੇਰੇ ਪਿਆਰੇ ਗੁਰੂ ਜੀ ਦੀ ਮੂਰਤ ਮੇਰੇ ਹਿਰਦੇ ਵਿੱਚ ਵਸਦੀ ਹੈ ਅਤੇ ਮੈਂ ਹਮੇਸ਼ਾ ਉਸ ਦੇ ਧਿਆਨ ਵਿੱਚ ਰਹਿੰਦਾ ਹਾਂ। ਗੁਰੂ ਦੇ ਸ਼ਬਦ ਦਾ ਮੰਤਰ ਮੇਰੇ ਮਨ ਨੂੰ ਭਾਉਂਦਾ ਹੈ, ਚੰਗਾ ਲੱਗਦਾ ਹੈ ਅਤੇ ਮੈਂ ਉਸੇ ਨੂੰ ਹੀ ਮੰਨਦਾ ਹਾਂ। ਇਹ ਹੈ ਚਿੱਤਰ ਦਰਸ਼ਨ। ਆਪਣੇ ਹਿਰਦੇ ਦੇ ਵਿੱਚ ਗੁਰੂ ਜੀ ਦੇ ਚਿੱਤਰ ਦਰਸ਼ਨ ਕਰਨੇ, ਉਸ ਦੀ ਮੂਰਤ ਹਿਰਦੇ ਵਿੱਚ ਬਣਾ ਕੇ ਰੱਖਣੀ। ਜਾਂ ਜਿਵੇਂ ਅੱਜ ਕੱਲ੍ਹ ਬਾਜ਼ਾਰਾਂ ਦੇ ਵਿੱਚ ਤਸਵੀਰਾਂ, ਗੁਰੂ ਸਾਹਿਬਾਨ ਦੀਆਂ ਮੂਰਤੀਆਂ, ਫੋਟੋਆਂ, ਚਿੱਤਰ ਵਿਕਦੇ ਹਨ, ਪਰ ਉਹ ਸਾਰੇ ਆਰਟਿਸਟਾਂ ਨੇ ਆਪਣੀ ਆਪਣੀ ਬੁੱਧੀ ਦੇ ਅਨੁਸਾਰ ਅਲੱਗ-ਅਲੱਗ ਤਰੀਕੇ ਦੇ ਨਾਲ ਬਣਾਏ। ਕਿਤੇ ਚਿਹਰਾ ਕਿਵੇਂ ਹੁੰਦਾ, ਕਿਤੇ ਚਿਹਰਾ ਕਿਵੇਂ ਹੁੰਦਾ, ਬਟ ਉਹਦੇ ਵਿੱਚ ਇੱਕ ਗੱਲ ਤਾਂ ਪੱਕੀ ਹੁੰਦੀ ਹੈ ਕਿ ਗੁਰੂਆਂ ਦੀਆਂ ਨਿਸ਼ਾਨੀਆਂ ਉਹ ਸੇਮ ਹੀ ਹੁੰਦੀਆਂ। ਚਿਹਰੇ ਜਿਵੇਂ ਮਰਜ਼ੀ ਬਣਾਈ ਹੋਣ ਆਰਟਿਸਟ ਨੇ, ਜਿਵੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਫੋਟੋ, ਉਹਨਾਂ ਦਾ ਸਰੂਪ, ਚਿਹਰਾ ਜਿਵੇਂ ਮਰਜ਼ੀ ਬਣਾਇਆ ਹੋਵੇ ਚਿੱਤਰਕਾਰ ਨੇ, ਪਰ ਉਹਨਾਂ ਦੀ ਗੋਲ ਪਗੜੀ ਦੇ ਉੱਪਰ ਵਾਲਾਂ ਦੀ ਜਿਹੜੀ ਗੋਲ ਧਾਰੀ, ਕਾਲੀ ਧਾਰੀ ਲਾਈ ਹੁੰਦੀ ਹੈ ਨਾ, ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਆਪਣੀ ਦਸਤਾਰ ਦੇ ਉੱਪਰ ਬੰਨ੍ਹ ਕੇ ਰੱਖਦੇ ਸੀ ਵਾਲਾਂ ਦੀ ਧਾਰ ਨੂੰ, ਵਾਲਾਂ ਨੂੰ, ਸੋ ਉਹ ਨਿਸ਼ਾਨੀ ਪੱਕੀ ਹੁੰਦੀ ਹੈ। ਜਿਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਕਲਗੀ ਲੱਗੀ ਦੀ ਪੱਕੀ ਨਿਸ਼ਾਨੀ ਹੁੰਦੀ ਹੈ, ਜਿਵੇਂ ਛੇਵੇਂ ਪਾਤਸ਼ਾਹ ਜੀ ਦੇ 2 ਤਲਵਾਰਾਂ ਦੀ ਨਿਸ਼ਾਨੀ ਪੱਕੀ ਹੁੰਦੀ, ਚਿਹਰਾ ਜਿਵੇਂ ਮਰਜ਼ੀ ਬਣਿਆ ਹੋਵੇ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਛੋਟੇ ਕੱਦ ਤੇ ਲੰਮੀ ਦਾੜੀ ਦੀ ਨਿਸ਼ਾਨੀ ਪੱਕੀ ਹੁੰਦੀ ਹੈ ਕਿ ਗੁਰੂ ਅਰਜਨ ਦੇਵ ਜੀ ਦਾ ਸਰੂਪ ਹੈ। ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਲੰਮੀ ਲੰਮੀ ਦਾੜੀ ਦੀ ਨਿਸ਼ਾਨੀ ਹੁੰਦੀ, ਭਾਰੀ ਭਾਰੀ ਤੇ ਲੰਮੀ ਲੰਮੀ ਦਾੜੀ, ਇਹ ਪੱਕੀ ਨਿਸ਼ਾਨੀ ਹੁੰਦੀ। ਇਸ ਤਰ੍ਹਾਂ ਸਰੂਪ ਜਿਹੋ ਜਿਹੇ ਮਰਜ਼ੀ ਬਣੇ ਹੋਣ, ਪਰ ਉਹਨਾਂ ਦੀਆਂ ਪੁਰਾਤਨ ਨਿਸ਼ਾਨੀਆਂ, ਜੀਵਨ ਦੀਆਂ ਜਿਹੜੀਆਂ ਨਿਸ਼ਾਨੀਆਂ ਇਤਿਹਾਸਾਂ ਦੇ ਵਿੱਚ ਲਿਖੀਆਂ ਹੋਈਆਂ ਉਹਨਾਂ ਦੇ ਪਹਿਰਾਵੇ ਦੀਆਂ, ਉਹ ਸੇਮ ਹੀ ਹੁੰਦੀਆਂ। ਉਹ ਉੱਥੋਂ ਸਾਨੂੰ ਪਤਾ ਲੱਗ ਜਾਂਦਾ ਵੀ ਸਾਡੇ ਫਲਾਣੇ ਸਤਿਗੁਰੂ ਜੀ ਦਾ ਚਿੱਤਰ ਹੈ, ਮੂਰਤ ਹੈ, ਫੋਟੋ ਹੈ। ਸੋ ਇਸ ਨੂੰ ਚਿੱਤਰ ਦਰਸ਼ਨ ਕਹਿੰਦੇ ਹਨ। ਚਿੱਤਰ ਦਰਸ਼ਨ, ਗੁਰੂ ਦੇ ਚਿੱਤਰ ਦਾ ਦਰਸ਼ਨ ਕਰਨਾ, ਆਪਣੇ ਮਨ ਦੇ ਵਿੱਚ ਮੂਰਤ ਬਣਾ ਕੇ ਸਤਿਗੁਰੂ ਦੇ ਦਰਸ਼ਨ ਕਰਨੇ। ਪਦਮਾਕਰ ਗ੍ਰੰਥ ਹੈ ਇੱਕ, ਸੋ ਉਸ ਗ੍ਰੰਥ ਦੇ ਵਿੱਚ ਲਿਖਿਆ ਹੈ, ਮੋਹਨ ਮੀਤ ਕੋ ਚਿੱਤਰ ਲਖੈ, ਮੋਹਨ ਮੀਤ ਕੋ ਚਿੱਤਰ ਲਖੈ, ਭਈ ਚਿੱਤਰ ਹੀ ਸੀ। तो विचित्र कहाँ है? मोहन मीत को चित्र लखे भई चित्र ही सी। तो विचित्र कहाँ है? इसका अर्थ है कि जदों मैं मन नूं मोहण वाले प्यारे मित्र गुरु जी दे चित्र दे दर्शन कीते, मूर्त दे दर्शन कीते, तां मैं मूर्त ही बन गई। पर ਜਿਹੜਾ ਪ੍ਰਭੂ ਚਿੱਤਰ ਵਿੱਚ ਰਹਿੰਦਾ ਹੈ ਉਹ ਵਿਚਿੱਤਰ ਵੀ ਹੈ, ਮਤਲਬ ਕਿ ਉਹ ਮੂਰਤ ਤੋਂ ਰਹਿਤ ਵੀ ਹੈ। ਪਰਮਾਤਮਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਕਹਿੰਦੇ ਨਾ ਵੀ ਉਹ ਚਿੱਤਰ ਵੀ ਹੈ, ਉਹ ਵਿਚਿੱਤਰ ਵੀ ਹੈ, ਉਹ ਮੂਰਤ ਵੀ ਹੈ, ਮੂਰਤ ਤੋਂ ਰਹਿਤ ਵੀ ਹੈ। ਤੋ ਜਿਹੜਾ ਪਰਮਾਤਮਾ ਚਿੱਤਰ ਦੇ ਵਿੱਚ ਹੈ ਉਹ ਚਿੱਤਰ ਤੋਂ ਰਹਿਤ ਵੀ ਹੈ। ਉਹ ਜਿਹੜਾ ਚਿੱਤਰ ਤੋਂ ਰਹਿਤ ਹੈ ਉਹ ਕਿੱਥੇ ਹੈ, ਉਹ ਕਿਵੇਂ ਦੇਖਿਆ ਜਾਊਗਾ? ਉਹ ਉਵੇਂ ਦੇਖਿਆ ਜਾਊਗਾ। ਇਸ ਗ੍ਰੰਥ ਦਾ ਕਰਤਾ ਲਿਖਦਾ, ਕਹਿੰਦਾ ਜੇ ਮੈਂ ਮੂਰਤ ਦੇਖ ਕੇ ਮੂਰਤ ਬਣ ਸਕਦਾ ਹਾਂ,
ਜੇ ਮੈਂ ਗੁਰੂ ਦੇ ਚਿੱਤਰ ਨੂੰ ਦੇਖ ਕੇ ਇੱਕ ਚਿੱਤਰ ਹੀ ਬਣ ਜਾਂਦਾ ਹਾਂ, ਮੂਰਤੀ ਬਣ ਜਾਂਦਾ ਹਾਂ। ਅਗਰ ਮੈਂ ਮੂਰਤ ਰਹਿਤ ਪ੍ਰਭੂ ਨੂੰ ਦੇਖ ਲਵਾਂ ਤਾਂ ਮੈਂ ਵੀ ਮੂਰਤ ਰਹਿਤ ਹੋ ਜਾਵਾਂਗਾ, ਮੀਨਸ ਮੁਕਤ ਹੋ ਜਾਵਾਂਗਾ। ਇਸ ਤਰ੍ਹਾਂ ਸੋ ਇਹ ਅਸੀਂ ਹੁਣ ਤੀਜਾ ਦਰਸ਼ਨ ਪੜ੍ਹਿਆ, ਚਿੱਤਰ ਦਰਸ਼ਨ, ਗੁਰੂ ਜੀ ਦੇ ਚਿੱਤਰ ਦੇ ਦਰਸ਼ਨ ਕਰਨੇ। ਸੋ ਅੱਗੇ ਹੈਗੇ ਆ ਜੀ, ਜਿਵੇਂ ਅੱਗੇ ਆਊਗਾ ਪ੍ਰਤੱਖ ਦਰਸ਼ਨ। ਪਰ ਚਿੱਤਰ ਦਰਸ਼ਨ ਦੇ ਵਿੱਚ ਵੀ ਸਤਿਗੁਰਾਂ ਜੀ ਨੇ ਕਈਆਂ ਨੂੰ ਦਰਸ਼ਨ ਦਿੱਤੇ ਆ। ਜਿਵੇਂ ਗੁਰੂ ਅਮਰਦਾਸ ਜੀ ਨੇ ਕ੍ਰਿਸ਼ਨ ਭਗਤ ਮਾਈ ਦਾਸ ਨੂੰ ਕ੍ਰਿਸ਼ਨ ਰੂਪ ਦੇ ਵਿੱਚ ਦਰਸ਼ਨ ਦਿੱਤਾ। ਜੇ ਸ਼ਰਧਾ ਹੋਵੇ ਨਾ ਅੰਦਰ ਤਾਂ ਚਿੱਤਰ ਰੂਪ ਦੇ ਵਿੱਚ ਵੀ ਦਰਸ਼ਨ ਹੋ ਜਾਂਦੇ, ਚਿੱਤਰ ਦੇ ਵਿੱਚੋਂ ਵੀ ਗੁਰੂ ਦੇ ਦਰਸ਼ਨ ਹੋ ਜਾਂਦੇ ਆ। ਭਾਵਨਾ ਹੋਣੀ ਚਾਹੀਦੀ ਆ। ਗੁਰੂ ਅਮਰਦਾਸ ਜੀ ਨੇ ਕ੍ਰਿਸ਼ਨ ਭਗਤ ਮਾਈ ਦਾਸ ਨੂੰ ਕ੍ਰਿਸ਼ਨ ਰੂਪ ਦੇ ਵਿੱਚ ਦਰਸ਼ਨ ਦਿੱਤੇ ਸਨ, ਚਿੱਤਰ ਦੇ ਵਿੱਚੋਂ ਹੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਰਾਏਪੁਰ ਰਿਆਸਤ ਦੀ ਰਾਣੀ ਨੂੰ ਵਿਸ਼ਨੂੰ ਰੂਪ ਦੇ ਚਿੱਤਰ ਵਿੱਚ ਦਰਸ਼ਨ ਦਿੱਤੇ ਸਨ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇੱਕ ਚਿੱਤਰਕਾਰ ਨੂੰ ਕਈ ਚਿੱਤਰਾਂ ਦੇ ਵਿੱਚ ਦਰਸ਼ਨ ਦਿੱਤੇ ਸਨ। ਹਾਂਗਕਾਂਗ ਦੇ ਗੁਰਦੁਆਰਾ ਸਾਹਿਬ ਵਿੱਚ ਸੇਵਾ ਕਰਨ ਵਾਲੀ ਇੱਕ ਚਾਈਨੀਸ ਲੇਡੀ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਮੂਰਤੀ ਦੇ ਵਿੱਚੋਂ ਪ੍ਰਤੱਖ ਦਰਸ਼ਨ ਹੋਏ ਸਨ। ਇਹ ਗੱਲ ਲਗਭਗ 1990 ਦੀ ਹੈ। ਉਹਨਾਂ ਦਿਨਾਂ ਦੇ ਵਿੱਚ ਹਾਂਗਕਾਂਗ ਦੇ ਗੁਰਦੁਆਰੇ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ 5-6 ਫੁੱਟ ਉੱਚੀ ਇੱਕ ਤਸਵੀਰ ਪਈ ਹੁੰਦੀ ਸੀ ਦਰਬਾਰ ਸਾਹਿਬ ਦੇ ਵਿੱਚ। ਸੋ ਉਹ ਰੋਜ਼ ਉੱਥੇ ਸਫਾਈਆਂ ਕਰਦੀ ਸੀ ਤਾਂ ਉਸ ਨੂੰ ਉਸ ਚਿੱਤਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਹੋ ਗਏ ਇੱਕ ਚਾਈਨੀਸ ਲੇਡੀ ਨੂੰ, ਕਿਉਂਕਿ ਉਹ ਰੋਜ਼ ਸੁਣਦੀ ਸੀ, ਰੋਜ਼ ਧਾਰਮਿਕ ਥਾਂ 'ਤੇ ਰਹਿੰਦੀ ਸੀ, ਰੱਬ ਦਾ ਨਾਮ ਸੁਣਦੀ ਸੀ। ਹੌਲੀ ਹੌਲੀ ਉਹਦੇ ਅੰਦਰ ਵੀ ਸ਼ਰਧਾ ਭਾਵਨਾ ਜਾਗ ਪਈ। ਸੋ ਅੱਗੇ ਹੈਗਾ ਚੌਥਾ ਦਰਸ਼ਨ, ਪ੍ਰਤੱਖ ਦਰਸ਼ਨ। ਸੋ ਪ੍ਰਤੱਖ ਦਰਸ਼ਨ ਦਾ ਮਤਲਬ ਹੁੰਦਾ ਵੀ ਪਿਆਰੇ ਪ੍ਰੀਤਮ ਸਤਿਗੁਰੂ ਜੀ ਦਾ ਸਾਖਿਅਤ ਦਰਸ਼ਨ ਕਰਨਾ, ਜੋ ਸਾਹਮਣੇ ਖੜੇ ਦਿਖਾਈ ਦੇ ਰਹੇ ਹਨ। ਇਸ ਨੂੰ ਪ੍ਰਤੱਖ ਦਰਸ਼ਨ ਆਖਦੇ ਹਨ। ਜਾਂ ਦਰਪਣ ਭਾਵ ਸ਼ੀਸ਼ੇ ਵਿੱਚ ਦਰਸ਼ਨ ਕਰਨਾ, ਜਿਵੇਂ ਕੌਡੇ ਰਾਖਸ਼ ਨੂੰ ਦਰਸ਼ਨ ਹੋਏ ਸਨ ਸ਼ੀਸ਼ੇ ਦੇ ਵਿੱਚੋਂ, ਉਹ ਵੀ ਪ੍ਰਤੱਖ ਦਰਸ਼ਨ ਹੋ ਗਏ। ਸੋ ਸਤਿਗੁਰਾਂ ਜੀ ਦੀ ਪਾਵਨ ਬਾਣੀ ਦਾ ਹੁਕਮ ਹੈ, ਬਚਨ ਹੈ, ਫਰਮਾਨ ਹੈ, ਅਦਿਸ਼ਟ ਅਗੋਚਰ ਅਲਖ ਨਿਰੰਜਨ ਸੋ ਦੇਖਿਆ ਗੁਰਮੁਖ ਆਖੀ। ਸਤਿਗੁਰੂ ਜੀ ਦੇ ਪਾਵਨ ਅੰਗ 87। ਸੋ ਇਸ ਪੰਕਤੀ ਦਾ ਇਹ ਅਰਥ ਹੈ ਕਿ ਜੋ ਵਾਹਿਗੁਰੂ ਦਿਖਾਈ ਨਹੀਂ ਦਿੰਦਾ, ਅਦਿਸ਼ਟ ਅਗੋਚਰ ਅਲਖ ਨਿਰੰਜਨ, ਜੋ ਵਾਹਿਗੁਰੂ ਦਿਖਾਈ ਨਹੀਂ ਦਿੰਦਾ, ਜੋ ਪਹੁੰਚ ਤੋਂ ਪਰੇ ਹੈ, ਜੋ ਜਾਣਿਆ ਨਹੀਂ ਜਾ ਸਕਦਾ, ਉਸ ਵਾਹਿਗੁਰੂ ਨੂੰ ਨਾਮ ਅਭਿਆਸੀ ਗੁਰਮੁਖ ਜਨ ਆਪਣੀਆਂ ਅੱਖਾਂ ਨਾਲ ਦੇਖ ਲੈਂਦੇ ਹਨ ਜਾਂ ਦੇਖ ਸਕਦੇ ਹਨ। ਇਹ ਨਾਮ ਅਭਿਆਸ ਦੀ ਗੱਲ ਹੈ। ਸੋ ਦੇਖਿਆ ਗੁਰਮੁਖ ਆਖੀ, ਜੋ ਵਾਹਿਗੁਰੂ ਪਰਮਾਤਮਾ ਰੱਬ ਦਿਖਾਈ ਨਹੀਂ ਦਿੰਦਾ, ਪਹੁੰਚ ਤੋਂ ਪਰੇ ਹੈ, ਪਕੜ ਤੋਂ ਪਰੇ ਹੈ, ਦੇਖਣ ਤੋਂ ਪਰੇ ਹੈ, ਪਰ ਗੁਰਮੁਖ ਜਨ ਨਾਮ ਅਭਿਆਸ ਕਰਕੇ, ਨਾਮ ਜਪ ਕੇ ਉਹਨੂੰ ਆਪਣੀਆਂ ਅੱਖਾਂ ਨਾਲ ਦੇਖ ਲੈਂਦੇ ਹਨ। ਇਸ ਨੂੰ ਕਹਿੰਦੇ ਪ੍ਰਤੱਖ ਦਰਸ਼ਨ। ਜਿਵੇਂ ਗੁਰੂ ਸਾਹਿਬਾਂ ਨੇ ਅਨੇਕਾਂ ਨੂੰ ਪ੍ਰਤੱਖ ਦਰਸ਼ਨ ਦਿੱਤੇ ਹਨ। ਆਪਣੇ ਸਰੀਰ ਹੁੰਦਿਆਂ ਹੋਇਆਂ ਤੇ ਸਰੀਰ ਛੱਡਣ ਤੋਂ ਬਾਅਦ ਵੀ ਬਹੁਤ ਸਾਰੇ ਗੁਰਸਿੱਖਾਂ ਨੂੰ ਪ੍ਰਤੱਖ ਦਰਸ਼ਨ ਹੋਏ ਸਤਿਗੁਰਾਂ ਦੇ। ਜਿਵੇਂ ਮਾਤਾ ਸਾਹਿਬ ਕੌਰ ਜੀ, ਪੰਥ ਮਾਤਾ ਸਾਹਿਬ ਕੌਰ ਜੀ ਦਾ ਪਰਨ ਸੀ ਕਿ ਉਹ ਆਪਣੇ ਪਿਆਰੇ ਪਤੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਦਰਸ਼ਨ ਕਰਕੇ ਪ੍ਰਸ਼ਾਦਾ ਛਕਦੇ ਸਨ। ਮਾਤਾ ਜੀ ਦੇ ਪਰਨ ਨੂੰ ਮੁੱਖ ਰੱਖ ਕੇ ਗੁਰੂ ਸਾਹਿਬ ਜੀ ਅੰਗੀਠਾ ਸਾਹਿਬ ਵਾਲੀ ਥਾਂ ਹਜੂਰ ਸਾਹਿਬ ਤੋਂ ਚੱਲ ਕੇ ਮਾਤਾ ਸਾਹਿਬ ਕੌਰ ਵਾਲੇ ਗੁਰਦੁਆਰਾ ਲੰਗਰ ਸਾਹਿਬ ਵਾਲੀ ਥਾਂ ਉੱਤੇ ਜਾ ਕੇ ਰੋਜ਼ ਮਾਤਾ ਜੀ ਨੂੰ ਦਰਸ਼ਨ ਦਿੰਦੇ ਸਨ। ਕਿਉਂਕਿ ਮਾਤਾ ਸਾਹਿਬ ਕੌਰ ਜੀ ਜਦੋਂ ਸਤਿਗੁਰੂ ਜੀ ਨੰਦੇੜ ਸਨ, ਸਤਿਗੁਰੂ ਜੀ ਦੇ ਕੋਲੇ ਨਹੀਂ ਰਹਿੰਦੇ ਸਨ। ਜਿਹੜਾ ਲੰਗਰ ਸਾਹਿਬ ਗੁਰਦੁਆਰਾ ਨਾ ਨਿਹੰਗਾਂ ਸਿੰਘਾਂ ਦੇ ਕੋਲੇ ਆ, ਉਹਨਾਂ ਦੇ ਕਬਜ਼ੇ ਵਿੱਚ ਅੱਜ ਕੱਲ੍ਹ ਉਹ ਸੇਵਾ ਕਰਦੇ ਆ ਨਿਹੰਗ ਸਿੰਘ। ਲੰਗਰ ਸਾਹਿਬ ਮਾਤਾ ਸਾਹਿਬ ਕੌਰ ਜੀ, ਉੱਥੇ ਮਾਤਾ ਸਾਹਿਬ ਕੌਰ ਜੀ ਰਹਿੰਦੇ ਹੁੰਦੇ ਸੀ ਅਤੇ ਸਤਿਗੁਰੂ ਜੀ ਸੱਚਖੰਡ ਵਾਲੀ ਥਾਂ 'ਤੇ ਰਹਿੰਦੇ ਸਨ। ਇੱਥੋਂ ਜਾ ਕੇ ਰੋਜ਼ ਸਤਿਗੁਰੂ ਜੀ ਮਾਤਾ ਸਾਹਿਬ ਕੌਰ ਜੀ ਨੂੰ ਦਰਸ਼ਨ ਦਿੰਦੇ ਸਨ। ਸੋ ਗੁਰੂ ਜੀ ਨੇ ਸਰੀਰ ਛੱਡਣ ਤੋਂ ਬਾਅਦ ਵੀ ਮਾਤਾ ਜੀ ਦੇ ਪਰਨ ਨੂੰ ਬਰਕਰਾਰ ਰੱਖਿਆ ਅਤੇ ਜਦ ਤੱਕ ਮਾਤਾ ਸਾਹਿਬ ਕੌਰ ਜੀ ਸਰੀਰ ਕਰਕੇ ਰਹੇ, ਗੁਰੂ ਜੀ ਹਰ ਰੋਜ਼ ਉਹਨਾਂ ਨੂੰ ਦਰਸ਼ਨ ਦਿੰਦੇ ਹੁੰਦੇ ਸਨ। ਫਿਰ ਭਾਈ ਰਾਮ ਕੋਇਰ ਜੀ, ਜਿਨ੍ਹਾਂ ਦਾ ਪੱਕਾ ਨਾਮ ਭਾਈ ਗੁਰਬਖਸ਼ ਸਿੰਘ ਸੀ, ਉਹ ਆਨੰਦਪੁਰ ਤੋਂ ਹੀ ਇਸ ਪਰਨ ਵਿੱਚ ਸਨ
ਕਿ ਉਹ ਹਰ ਰੋਜ਼ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਦਰਸ਼ਨ ਕਰਕੇ ਹੀ ਪ੍ਰਸ਼ਾਦਾ ਛਕਦੇ ਸਨ। ਗੁਰੂ ਜੀ ਦੇ ਸਰੀਰ ਛੱਡਣ ਤੋਂ ਬਾਅਦ ਵੀ 40 ਸਾਲ ਤੱਕ ਭਾਈ ਰਾਮ ਕੋਇਰ ਜੀ ਨੂੰ ਗੁਰੂ ਜੀ ਨੇ ਰੋਜ਼ ਦਰਸ਼ਨ ਦਿੱਤੇ। ਸਤਿਗੁਰੂ ਜੀ ਆਪਣੇ ਸਰੀਰ ਛੱਡਣ ਤੋਂ ਬਾਅਦ 40 ਸਾਲ ਬਾਅਦ ਤੱਕ ਭਾਈ ਰਾਮ ਕੋਇਰ ਜੀ ਨੂੰ ਰੋਜ਼ ਦਰਸ਼ਨ ਦਿੰਦੇ ਸਨ। ਫਿਰ ਅੱਗੇ ਇਹ ਜੋ ਗੱਲ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸਰੀਰ ਛੱਡਣ ਤੋਂ ਕਾਫੀ ਸਮਾਂ ਬਾਅਦ ਦੀ ਹੈ। ਉਦੋਂ ਸਿੰਘ ਜੰਗਲਾਂ ਨੂੰ ਛੱਡ ਕੇ ਨਵੇਂ ਹੀ ਪਿੰਡਾਂ ਤੇ ਘਰਾਂ ਵਿੱਚ ਰਹਿਣ ਲੱਗੇ ਸੀ। ਭਾਈ ਬਲਵੰਤ ਸਿੰਘ ਜੀ ਤੇ ਬੀਬੀ ਦਇਆ ਕੌਰ ਪਿਸ਼ਾਵਰ ਸ਼ਹਿਰ ਵਿੱਚ ਰਹਿੰਦੇ ਸਨ। ਉਹਨਾਂ ਨੇ ਭਾਈ ਜੋਗਾ ਸਿੰਘ ਦੇ ਗੁਰਦੁਆਰੇ ਵਿੱਚ ਪੁੱਤਰ ਪ੍ਰਾਪਤੀ ਦੀ ਅਰਦਾਸ ਕਰਾਈ। ਸਮਾਂ ਪਾ ਕੇ ਉਹਨਾਂ ਦੇ ਘਰ ਪੁੱਤਰ ਹੋਇਆ। ਉਹਨਾਂ ਨੇ ਭਾਈ ਜੋਗਾ ਸਿੰਘ ਦੇ ਗੁਰਦੁਆਰੇ ਸਾਹਿਬ ਵਿੱਚ ਅਖੰਡ ਪਾਠ ਸਾਹਿਬ ਕਰਵਾ ਕੇ ਭੋਗ ਪਵਾਇਆ ਅਤੇ ਹੁਕਮਨਾਮੇ ਦੇ ਅੱਖਰਾਂ ਮੁਤਾਬਕ ਆਪਣੇ ਪੁੱਤਰ ਦਾ ਨਾਮ ਜਗਦੀਸ਼ ਸਿੰਘ ਰੱਖਿਆ। ਇੱਕ ਵਾਰ ਭਾਈ ਬਲਵੰਤ ਸਿੰਘ ਨੇ ਆਪਣੇ ਸਾਲੇ ਦੇ ਵਿਆਹ ਜਾਣਾ ਸੀ ਤਾਂ ਵਿਆਹ ਜਾਣ ਵਾਸਤੇ ਇੱਕ ਪਠਾਣ ਨੂੰ ਘੋੜੇ ਸਮੇਤ ਕਿਰਾਏ ਉੱਤੇ ਲਿਆ। ਉਹਨਾਂ ਦਿਨਾਂ ਵਿੱਚ ਸਿੰਘ ਪਠਾਣਾਂ ਉੱਤੇ ਬਹੁਤ ਘੱਟ ਵਿਸ਼ਵਾਸ ਕਰਦੇ ਸਨ। ਭਾਈ ਬਲਵੰਤ ਸਿੰਘ ਨੇ ਪਠਾਣ ਨੂੰ ਆਖਿਆ ਵੀ ਦੇਖ ਭਾਈ, ਤੇਰੇ ਉੱਤੇ ਵਿਸ਼ਵਾਸ ਕਰਨ ਨੂੰ ਮੇਰਾ ਦਿਲ ਨਹੀਂ ਮੰਨਦਾ, ਪਰ ਜਾਣਾ ਜ਼ਰੂਰੀ ਹੈ, ਇੱਕ ਮਜਬੂਰੀ ਹੈ ਮੇਰੀ। ਪਠਾਣ ਨੇ ਕਿਹਾ ਕਿ ਤੂੰ ਮੇਰੇ ਉੱਤੇ ਵਿਸ਼ਵਾਸ ਕਰ, ਤੂੰ ਗੁਰੂ ਗੋਬਿੰਦ ਸਿੰਘ ਦਾ ਸਿੰਘ ਹੈ, ਤੇਰੇ ਤੇ ਮੇਰੇ ਜਾਮਨ ਜਾਂ ਗਵਾਹ ਗੁਰੂ ਗੋਬਿੰਦ ਸਿੰਘ ਜੀ ਹੋਏ। ਸੋ ਜੇ ਮੈਂ ਤੇਰੇ ਨਾਲ ਕੋਈ ਮਾੜੀ ਹਰਕਤ ਕਰਾਂ, ਬੇਈਮਾਨੀ ਕਰਾਂ ਤਾਂ ਮੈਨੂੰ ਗੁਰੂ ਦੀ ਮਾਰ ਪਵੇ, ਤੇਰੇ ਗੁਰੂ ਦੀ ਮਾਰ ਪਵੇ। ਤੇਰਾ ਤੇ ਮੇਰਾ ਜਾਮਨ ਗੁਰੂ ਗੋਬਿੰਦ ਸਿੰਘ ਹੋਇਆ। ਇਹ ਗੱਲ ਬਲਵੰਤ ਸਿੰਘ ਨੂੰ ਪਸੰਦ ਆਈ। ਪਠਾਣ ਨੂੰ ਲੈ ਕੇ ਬਲਵੰਤ ਸਿੰਘ ਹੋਰੀ ਵਿਆਹ ਦੇਖਣ ਵਾਸਤੇ ਚੱਲ ਪਏ। ਰਸਤੇ ਵਿੱਚ ਜਦ ਰਾਤ ਪਈ ਤਾਂ ਪਠਾਣ ਨੇ ਸੋਨੇ ਦੇ ਗਹਿਣਿਆਂ ਅਤੇ ਦਇਆ ਕੌਰ ਉੱਤੇ ਬੇਈਮਾਨ ਹੋ ਕੇ, ਸੋਨੇ ਦੇ ਗਹਿਣਿਆਂ ਨੂੰ ਦੇਖ ਕੇ ਅਤੇ ਦਇਆ ਕੌਰ ਦੇ ਉੱਤੇ ਬੇਈਮਾਨ ਹੋ ਕੇ ਸੁੱਤੇ ਪਏ ਬਲਵੰਤ ਸਿੰਘ ਨੂੰ ਮਾਰ ਦਿੱਤਾ। ਜਦ ਉਹ ਦਇਆ ਕੌਰ ਦੀ ਇੱਜ਼ਤ ਉੱਤੇ ਹੱਥ ਪਾਉਣ ਲੱਗਾ ਤਾਂ ਉਸਨੇ ਹਾਲ ਦੁਹਾਈ ਪਾਈ ਅਤੇ ਆਖਿਆ, ਜਦ ਦਇਆ ਕੌਰ ਦੀ ਇੱਜ਼ਤ ਉੱਤੇ ਪਠਾਣ ਹੱਥ ਪਾਉਣ ਲੱਗਾ ਤਾਂ ਦਇਆ ਕੌਰ ਨੇ ਹਾਲ ਦੁਹਾਈ ਪਾਈ ਅਤੇ ਆਖਿਆ ਕਿ ਹੇ ਕਮੀਨੇ, ਹੇ ਨੀਚ, ਤੂੰ ਮੇਰੇ ਗੁਰੂ ਦੀ ਜਾਮਣੀ ਪਾ ਕੇ ਸਾਡੇ ਨਾਲ ਧੋਖਾ ਕੀਤਾ। ਮੇਰਾ ਗੁਰੂ ਤੈਨੂੰ ਇਸ ਦੀ ਸਜ਼ਾ ਜ਼ਰੂਰ ਦੇਵੇਗਾ। ਫਿਰ ਉਸਨੇ ਗੁਰੂ ਜੀ ਨੂੰ ਯਾਦ ਕਰਕੇ ਆਖਿਆ ਕਿ ਹੇ ਕਲਗੀਆਂ ਵਾਲਿਆ, ਤੂੰ ਸਾਡੀ ਇਸ ਪਠਾਣ ਤੋਂ ਰੱਖਿਆ ਕਰ। ਇਸ ਤੋਂ ਬਾਅਦ ਕੀ ਹੋਇਆ ਕਿ ਅਚਾਨਕ ਇੱਕ ਛੂਕਦਾ ਹੋਇਆ ਤੀਰ ਆਇਆ ਅਤੇ ਪਠਾਣ ਦੀ ਛਾਤੀ ਵਿੱਚ ਆ ਵੱਜਿਆ, ਜਿਸ ਨਾਲ ਪਠਾਣ ਥਾਂ ਹੀ ਮਰ ਗਿਆ। ਦਇਆ ਕੌਰ ਨੇ ਰਾਤ ਦੇ ਹਨੇਰੇ ਵਿੱਚ ਇੱਕ ਤੇਜ਼ ਪ੍ਰਕਾਸ਼ ਆਪਣੇ ਵੱਲ ਆਉਂਦਾ ਦੇਖਿਆ, ਜੋ ਨੇੜੇ ਆ ਕੇ ਸਾਫ਼-ਸਾਫ਼ ਦਿਖਾਈ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਜੀ ਘੋੜੇ ਉੱਤੇ ਚੜ੍ਹੇ ਆ ਰਹੇ ਹਨ। ਗੁਰਾਂ ਨੇ ਆ ਕੇ ਦਇਆ ਕੌਰ ਨੂੰ ਪਿਆਰ ਦਿੱਤਾ ਅਤੇ ਬਲਵੰਤ ਸਿੰਘ ਨੂੰ ਜਲਦਾ ਛਿੱਟਾ ਮਾਰ ਕੇ ਜਿੰਦਾ ਕਰ ਦਿੱਤਾ, ਭਾਵ ਸੁਰਜੀਤ ਕਰ ਦਿੱਤਾ। ਦੋਵਾਂ ਨੂੰ ਆਸ਼ੀਰਵਾਦ ਦੇ ਕੇ ਫਿਰ ਗੁਰੂ ਜੀ ਅਲੋਪ ਹੋ ਗਏ। ਬਲਵੰਤ ਸਿੰਘ ਨੂੰ ਜਿੰਦਾ ਕਰਕੇ, ਉਹਨਾਂ ਦੇ ਪੁੱਤਰ ਨੂੰ ਤੇ ਦਇਆ ਕੌਰ ਨੂੰ, ਤਿੰਨਾਂ ਨੂੰ ਆਸ਼ੀਰਵਾਦ ਦੇ ਕੇ ਸਤਿਗੁਰੂ ਜੀ ਅਲੋਪ ਹੋ ਗਏ। ਸੋ ਇਹ ਸਤਿਗੁਰੂ ਜੀ ਦੇ ਪ੍ਰਤੱਖ ਦਰਸ਼ਨ ਕਰਨ ਦੀ ਗੱਲ ਹੈ, ਜਿਨ੍ਹਾਂ ਦੇ ਅੰਦਰ ਸ਼ਰਧਾ ਭਾਵਨਾ ਹੁੰਦੀ ਹੈ, ਜੋ ਸਤਿਗੁਰੂ ਨੂੰ ਹਾਜ਼ਰ ਨਾਜ਼ਰ ਹਰ ਵੇਲੇ ਸਮਝਦੇ ਆ। ਇਸੇ ਤਰ੍ਹਾਂ ਬਲਵੰਤ ਸਿੰਘ, ਦਇਆ ਕੌਰ ਨੂੰ ਸਤਿਗੁਰੂ ਜੀ ਨੇ ਸਰੀਰ ਛੱਡਣ ਤੋਂ ਕਾਫੀ ਸਾਲ ਬਾਅਦ, ਜਦੋਂ ਸਿੰਘ ਜੰਗਲਾਂ ਤੋਂ ਬਾਅਦ ਆ ਕੇ ਸ਼ਹਿਰਾਂ ਵਿੱਚ ਰਹਿਣ ਲੱਗ ਪਏ ਸੀ, ਉਦੋਂ ਦੀ ਗੱਲ ਹੈ। ਦੇਖੋ ਤੁਸੀਂ, ਸ਼ਰਧਾ ਭਾਵਨਾ ਦੀ ਗੱਲ ਹੈ। ਇਸ ਤਰ੍ਹਾਂ ਪ੍ਰਤੱਖ ਦਰਸ਼ਨ ਹੁੰਦੇ ਆ। ਇਸੇ ਤਰ੍ਹਾਂ ਬਾਬਾ ਨਾਨਕ ਸਿੰਘ ਜੀ ਨਾਨਕਸਰ ਵਾਲਿਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਪ੍ਰਤੱਖ ਦਰਸ਼ਨ ਦਿੱਤੇ ਸਨ। ਇਸੇ ਤਰ੍ਹਾਂ ਹੋਰ ਕਈ ਉੱਚੇ ਜੀਵਨ ਵਾਲੇ ਗੁਰਸਿੱਖਾਂ ਨੂੰ ਗੁਰੂ ਸਾਹਿਬ ਜੀ ਨੇ ਗਾਹੇ ਅਵਗਾਹੇ, ਉਹਨਾਂ ਦੀ ਸ਼ਰਧਾ ਤੇ ਪ੍ਰੇਮ ਦੇਖ ਕੇ ਉਹਨਾਂ ਨੂੰ ਪ੍ਰਤੱਖ ਦਰਸ਼ਨ ਦਿੱਤੇ ਹਨ। ਸੋ ਇਸ ਤਰ੍ਹਾਂ ਇਹ ਸਨ 4 ਪ੍ਰਕਾਰ ਦੇ ਦਰਸ਼ਨ। ਸੋ 4 ਪ੍ਰਕਾਰ ਦੇ ਦਰਸ਼ਨ ਹਰ ਇੱਕ ਗੁਰਸਿੱਖ ਕਰਨ ਦੀ, ਗੁਰਸਿੱਖ ਨੂੰ ਇੱਛਾ ਹੁੰਦੀ ਹੈ। ਸੁਪਨ ਦਰਸ਼ਨ,
ਸਰਵਣ ਦਰਸ਼ਨ, ਚਿੱਤਰ ਦਰਸ਼ਨ, ਪ੍ਰਤੱਖ ਦਰਸ਼ਨ, ਇਹ ਚਾਰੇ ਪ੍ਰਕਾਰ ਦੇ ਦਰਸ਼ਨਾਂ ਦੀ ਕਥਾ ਆਪ ਜੀ ਨੇ ਸਰਵਣ ਕੀਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।